ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਵਧਣ ਨੂੰ ਲੈ ਕੇ ਜਿਹੜੀ ਚਰਚਾ ਛਿੜੀ ਹੋਈ ਆ ਉਸ ਨੂੰ ਲੈ ਕੇ ਲੋਕ ਪੈਟਰੋਲ ਪੰਪਾਂ ਤੇ ਖੜੇ ਨੇ ਅਤੇ ਪੈਟਰੋਲ ਖਰੀਦਿਆ ਜਾ ਰਿਹਾ ਵੱਡੀ ਪੱਧਰ ਤੇ ਦੇਖਿਆ ਗਿਆ। ਇੱਕ ਪਾਸੇ ਤਾਂ ਕਹਿੰਦੇ ਆ ਕਿ ਇੱਕ ਦੇਸ਼ ਇੱਕ ਟੈਕਸ, ਫਿਰ ਡੀਜ਼ਲ ਪੈਟਰੋਲ ਨੂੰ ਇਹਦੇ ਵਿੱਚ GST ਦੇ ਘੇਰੇ 'ਚ ਕਿਉਂ ਨਹੀਂ ਲਿਆਂਦਾ? ਕੱਲ੍ਹ ਨੂੰ ਨਤੀਜੇ ਆ ਜਾਣੇ ਨੇ ਜਿਹਦੇ ਕਰਕੇ ਲਗਾਤਾਰ ਜਿਹੜਾ ਹੈਗਾ ਇਹਨਾਂ ਨੇ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਤੇਲ ਕੀਮਤਾਂ ਦੇ ਵਿੱਚ ਵਾਧਾ ਕਰਨ ਕਿ ਮਹਿੰਗਾ ਹੋਣ ਕਾਰਨ ਬਿਜਲੀ ਤਾਪ ਘਰਾਂ ਨੂੰ ਨਹੀਂ ਮਿਲੇਗਾ ਵਿਦੇਸ਼ੀ ਕੋਲ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ ਅਸੀਂ ਆਤਮ ਨਿਰਭਰਤਾ ਵਧਾਵਾਂਗੇ। ਇਹਦਾ ਇੱਕੋ ਇੱਕ ਹੱਲ ਹੈ ਕਿ ਸਾਡੇ ਉਪਕਰਨਾਂ ਨੂੰ ਸੂਰਜੀ ਜਿਹੜੀ ਬਿਜਲੀ ਹੈ ਉਹਦੇ ਤੇ ਸੂਰਜੀ ਊਰਜਾ ਤੇ ਨਿਰਭਰ ਕੀਤਾ ਜਾਵੇ। ਟੈਲੀਫੋਨ ਬਿੱਲ, ਇੰਟਰਨੈਟ, ਬਿਜਲੀ ਬਿੱਲ, ਪਾਣੀ ਦੇ ਬਿੱਲ ਇਹ ਸਾਰੇ ਤੁਹਾਡੇ ਆਨਲਾਈਨ ਹੋ ਗਏ ਤੇ ਲਾਈਨ 'ਚ ਜਾ ਕੇ ਖੜਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਸਿੱਧੇ ਆਪਣੇ ਆਪ ਤੁਸੀਂ ਇੱਥੇ ਬੈਠੇ ਹੀ ਭਰ ਸਕਦੇ ਹੋ। ਇਸ ਪਾਸੇ ਵੱਲ ਵਧਣਾ ਚਾਹੀਦਾ। ਰਵਾਇਤੀ ਪਾਰਟੀਆਂ ਨੂੰ ਜਿਹੜਾ ਚੋਣ ਸਰਵੇਖਣ ਆਇਆ ਉਸ ਨੂੰ ਲੈ ਕੇ ਉਹਨਾਂ ਨੂੰ ਯਕੀਨ ਵੀ ਨਹੀਂ ਹੋ ਰਿਹਾ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸਲ ਨਤੀਜੇ 10 ਮਾਰਚ ਨੂੰ ਆਉਣਗੇ ਤੇ ਇਸ ਦੇ ਚੱਲਦੇ ਹੀ ਦੇਖਿਆ ਜਾ ਰਿਹਾ ਕਿ ਸਿਆਸੀ ਪਾਰਟੀਆਂ ਦੇ ਲੀਡਰ ਵੀ ਹੁਣ ਧਾਰਮਿਕ ਸਥਾਨਾਂ ਤੇ ਜਾ ਕੇ ਮੱਥਾ ਟੇਕ ਰਹੇ ਨੇ। ਜਦੋਂ ਲੋੜ ਪੈਂਦੀ ਆ ਨਾ ਜੀ ਉਦੋਂ ਕਸੂਤੇ ਜੇ ਜਾਨਵਰ ਨੂੰ ਵੀ ਬਾਪੂ ਕਹਿੰਦੇ ਨੇ। 1304 ਮੈਦਾਨ ਦੇ ਵਿੱਚ ਖੜੇ ਨੇ ਜੀ, ਜਿੱਤਨੇ ਤਾਂ 117 ਨੇ। 117 ਨੇ, ਬਿਲਕੁਲ ਜੀ। ਇਹਦਾ ਮਤਲਬ ਜਿਹੜੇ 1150 ਦੇ ਕਰੀਬ ਹੈ ਉਹਨਾਂ ਨੇ ਤਾਂ ਹਾਰਨਾ ਹੀ। ਹਰਿਆਣਾ 'ਚ ਬਜਟ ਪੇਸ਼ ਹੋਇਆ ਜਿਸ ਦੇ ਵਿੱਚ ਸਿੱਖਿਆ, ਸਿਹਤ ਤੇ ਕਿਸਾਨੀ ਨੂੰ ਤਰਜੀਹ ਦਿੱਤੀ ਗਈ ਹੈ। ਬੀਬੀ ਸੀਤਾਰਮਨ ਨੇ ਵੀ ਕਿਹਾ ਸੀ ਨਾ, ਨਿਰਮਲਾ ਸੀਤਾਰਮਨ ਨੇ ਜੀ, ਕਿ ਕੋਈ ਕਿਸੇ ਕਿਸਮ ਦਾ ਟੈਕਸ ਨਹੀਂ ਲਾਇਆ। GST 'ਚ ਵੀ ਬਦਲਾਅ ਹੋ ਰਿਹਾ, 5% ਦੀ ਥਾਂ ਤੇ 8% ਕੀਤਾ ਜਾ ਰਿਹਾ ਘੱਟੋ ਘੱਟ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਚਰਚਾ ਕਰਦੇ ਹਾਂ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ ਜਿਸ ਤੇ ਚਰਚਾ ਕਰਾਂਗੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਣ ਦੀ ਚਰਚਾ ਨੂੰ ਲੈ ਕੇ ਪੈਟਰੋਲ ਪੰਪਾਂ ਤੇ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਨੇ। ਲੋਕ ਪੈਟਰੋਲ ਪੰਪਾਂ ਤੇ ਜਾ ਕੇ ਪੈਟਰੋਲ ਖਰੀਦ ਕੇ ਆਪਣੇ ਘਰਾਂ ਦੇ ਵਿੱਚ ਜਮ੍ਹਾਂ ਕਰ ਰਹੇ ਨੇ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਜੋ ਚੋਣ ਸਰਵੇਖਣ ਸਾਹਮਣੇ ਆਏ ਨੇ ਉਹ ਰਵਾਇਤੀ ਪਾਰਟੀਆਂ ਨੂੰ ਹਜਮ ਨਹੀਂ ਹੋ ਰਹੇ ਅਤੇ ਉਹਨਾਂ ਦੇ ਵੱਲੋਂ ਇਸ ਚੋਣ ਸਰਵੇਖਣ ਤੇ ਆਪੋ ਆਪਣੇ ਬਿਆਨ ਦਿੱਤੇ ਜਾ ਰਹੇ ਨੇ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਹੋਲੇ ਮਹੱਲੇ ਨੂੰ ਲੈ ਕੇ ਕਿ ਹੋਲੇ ਮਹੱਲੇ ਮੌਕੇ 150 CCTV ਕੈਮਰਾ ਨਾਲ ਉੱਥੇ ਨਿਗਰਾਨੀ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਹੋ ਸਕੇ ਅਤੇ ਜਿਸ ਤਰੀਕੇ ਦੇ ਨਾਲ ਚੋਰੀ ਦੀਆਂ ਘਟਨਾਵਾਂ ਵੀ ਹੁੰਦੇ ਨੇ ਤਾਂ ਕਿ ਉਹਨਾਂ ਤੇ ਵੀ ਠੱਲ ਪਾਈ ਜਾ ਸਕੇ ਅਤੇ ਸ਼ਰਾਰਤੀ ਅਨਸਰਾਂ ਤੇ ਚੰਗੀ ਤਰੀਕੇ ਦੇ ਨਾਲ ਨਿਗਰਾਨੀ ਰੱਖੀ ਜਾ ਸਕੇ। ਇਸ ਕਰਕੇ ਉੱਥੇ CCTV ਕੈਮਰੇ ਲਗਾਏ ਜਾਣਗੇ। ਇਸ ਤੇ ਚਰਚਾ ਕਰਾਂਗੇ। ਸੋ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ, ਬਹੁਤ-ਬਹੁਤ ਮਿਹਰਬਾਨੀ ਰੀਨਾ ਜੀ। ਜੀ ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਵਧਣ ਨੂੰ ਲੈ ਕੇ ਜਿਹੜੀ ਚਰਚਾ ਛਿੜੀ ਹੋਈ ਆ ਉਸ ਨੂੰ ਲੈ ਕੇ ਲੋਕ ਪੈਟਰੋਲ ਪੰਪਾਂ ਤੇ ਖੜੇ ਨੇ ਅਤੇ ਪੈਟਰੋਲ ਖਰੀਦਿਆ ਜਾ ਰਿਹਾ ਵੱਡੀ ਪੱਧਰ ਤੇ ਦੇਖਿਆ ਗਿਆ। ਰੀਨਾ, ਪੈਟਰੋਲ ਦੇ ਮੁਕਾਬਲੇ ਸਭ ਤੋਂ ਵੱਧ ਖਰੀਦੋ ਫਰੋਖਤ ਹੈ ਜਿਹੜੀ ਉਹ ਡੀਜ਼ਲ ਦੀ ਹੋ ਰਹੀ ਹੈ ਜੀ, ਕਿਉਂਕਿ ਹਾੜੀ ਦਾ ਸੀਜ਼ਨ ਆ ਗਿਆ। ਇਸ ਵੇਲੇ 1 ਘੱਟ 10 ਮਾਰਚ ਹੈ ਤੇ 21 ਦਿਨ ਰਹਿ ਗਏ ਨੇ ਜੀ। ਸਰਕਾਰ ਨੇ ਐਲਾਨ ਕਰਤਾ ਕਿ ਕਣਕ ਦੀ ਖਰੀਦ ਅਸੀਂ 1 ਅਪ੍ਰੈਲ ਤੋਂ ਕਰਾਂਗੇ। 29,000 ਕਰੋੜ ਰੁਪਏ ਦੀ ਨਕਦ ਕ੍ਰੈਡਿਟ ਲਿਮਟ ਕੇਂਦਰ ਸਰਕਾਰ ਤੋਂ ਮੰਗ ਲਈ ਗਈ ਹੈ ਜੀ। ਇਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਖਦਸ਼ਾ ਕਿਤੇ ਜ਼ਿਆਦਾ ਨਾ ਵੱਧ ਜਾਵੇ, ਖਾਸ ਕਰ ਛੋਟੇ ਕਿਸਾਨਾਂ ਦੀ ਥਾਂ ਦੇ ਉੱਤੇ ਵੱਡੇ, ਮੈਂ ਹਰਿਆਣੇ ਦੀ ਵੀ ਦੇਖ ਰਿਹਾ ਸੀ, ਉਹ ਕਹਿੰਦੇ ਵੀ ਅਸੀਂ ਆੜ੍ਹਤੀਆਂ ਤੋਂ ਪੈਸੇ ਲੈ ਕੇ ਭਰ ਰਹੇ ਹਾਂ। ਇੱਕ ਸਰਕਾਰ ਨੇ ਅਜੇ ਤੱਕ ਇਹਦੇ ਵਿੱਚ ਕੋਈ ਸਪਸ਼ਟੀਕਰਨ ਜਾਰੀ ਨਹੀਂ ਕੀਤਾ ਕਿ ਕਿਉਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਹਫਰਾ ਤਫਰੀ ਮੱਚੀ ਹੋਈ ਹੈ ਜੀ। ਮੋਦੀ ਸਾਹਿਬ ਇੱਕ ਪਾਸੇ ਤਾਂ ਕਹਿੰਦੇ ਆ ਕਿ ਇੱਕ ਦੇਸ਼ ਇੱਕ ਟੈਕਸ, ਫਿਰ ਡੀਜ਼ਲ ਪੈਟਰੋਲ ਨੂੰ ਇਹਦੇ ਵਿੱਚ GST ਦੇ ਘੇਰੇ 'ਚ ਕਿਉਂ ਨਹੀਂ ਲਿਆਂਦਾ? ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ 2013 ਦੇ ਵਿੱਚ ਕੱਚੇ ਤੇਲ ਦੀ ਕੀਮਤ 132 ਰੁਪਏ ਪ੍ਰਤੀ ਬੈਰਲ ਚਲੀ ਗਈ ਸੀ ਤੇ ਪੈਟਰੋਲ 55-56 ਰੁਪਏ ਸੀ।
ਡੀਜ਼ਲ 35 ਕੁ ਰੁਪਏ ਵਿਕਦਾ ਸੀ ਜੀ। ਅਜੇ ਤਾਂ ਉਨੀ ਵਧੀ ਨਹੀਂ। ਜੇ ਮਾੜਾ ਮੋਟਾ ਵਾਧਾ ਹੋਇਆ ਤਾਂ 110 ਡਾਲਰ ਪ੍ਰਤੀ ਬੈਰਲ ਹੈ, 22 ਰੁਪਏ ਘੱਟ ਹੈ। ਤੇ ਫਿਰ ਇਹ ਅਸਮਾਨਾਂ ਨੂੰ ਪਹੁੰਚਾਤੇ ਨੇ। CNG ਦੇ ਵਿੱਚ ਕੱਲ ਰਾਤ ਵਾਧਾ ਕਰ ਦਿੱਤਾ ਗਿਆ 4 ਰੁਪਏ ਪ੍ਰਤੀ ਕਿਲੋ ਜੀ। ਇਸੇ ਕਾਰਨ ਲੋਕਾਂ ਨੂੰ, ਜਿਹੜੇ ਕਿਸਾਨ ਵੱਡੇ ਨੇ ਜਿਨ੍ਹਾਂ ਦੇ 5-5 ਹਜ਼ਾਰ ਲੀਟਰ ਤੇਲ ਲੱਗਦਾ ਹੈ, 4-4 ਹਜ਼ਾਰ ਲੀਟਰ ਤੇਲ ਲੱਗਦਾ ਹੈ, ਉਹਨਾਂ ਨੂੰ ਜੇ 5000 ਲੀਟਰ ਕਿਸੇ ਦੇ ਤੇਲ ਲੱਗਦਾ ਤੇ ਡੀਜ਼ਲ ਦਾ ਭਾਅ 10 ਰੁਪਏ ਵੱਧ ਜਾਵੇ ਜਾਂ 5 ਰੁਪਏ ਵੀ ਵੱਧ ਜਾਵੇ ਜੀ, ਤਾਂ 5 ਰੁਪਈਆਂ ਨਾਲ ਵੀ ਉਹਨਾਂ ਨੂੰ 20,000, 10 ਰੁਪਈਆਂ ਦੇ ਨਾਲ 40,000 ਦਾ ਫਰਕ ਪੈਂਦਾ ਹੈ। ਇਹ ਇੱਕ ਵੱਡੀ ਰਕਮ ਬਣ ਜਾਂਦੀ ਹੈ। ਬਿਲਕੁਲ ਜੀ। ਜਿਸ ਮੇਰੇ ਵਰਗੇ ਨੇ ਗੱਡੀ 'ਚ ਪਵਾਉਣਾ ਹੈ, ਉਹ ਕਹਿੰਦਾ ਵੀ ਪੈਣਾ ਤਾਂ 30-35 ਲੀਟਰ ਹੈ, ਜੇ 5 ਰੁਪਏ ਵੱਧ ਵੀ ਜਾਊਗਾ 30 ਦੇ ਹਿਸਾਬ ਨਾਲ 150 ਰੁਪਇਆ ਵੱਧ ਲੱਗ ਗਿਆ। ਕਾਹਦੇ ਵਾਸਤੇ ਖਰਚ ਕਰਨਾ ਹੈਗਾ? ਇਸ ਕਰਕੇ ਇਹਦੇ ਤੇ ਸਰਕਾਰ ਨੇ ਕੋਈ ਸਪਸ਼ਟ ਨਹੀਂ ਦਿੱਤਾ। ਅੱਜ ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਬਿਆਨ ਆਇਆ ਕਿ ਸਰਕਾਰ ਨੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦਾ ਤੇਲ ਕੰਪਨੀਆਂ ਤੇ ਛੱਡਿਆ। ਉਹ ਤੇਲ ਕੰਪਨੀਆਂ ਕਰਨਗੀਆਂ। ਤੇਲ ਕੰਪਨੀਆਂ ਕਿਹਦੀਆਂ ਨੇ? ਤੇਲ ਕੰਪਨੀਆਂ ਤਾਂ ਤੁਹਾਡੇ ਯਾਰਾਂ ਦੀਆਂ ਨੇ। ਉਹ ਕਿਸੇ ਆਮ ਨੱਥਾ ਸਿੰਘ, ਵਧਾਵਾ ਸਿੰਘ, ਪ੍ਰੇਮ ਸਿੰਘ ਦੀਆਂ ਥੋੜੀ ਨੇ। ਉਹ ਅਡਾਨੀ, ਅਬਾਨੀ ਜਿਹੜੇ ਤੁਹਾਡੇ ਕਾਰਪੋਰੇਟ ਯਾਰ ਨੇ ਉਹਨਾਂ ਦੀਆਂ ਨੇ। ਉਹਨਾਂ ਨੂੰ ਮੁਨਾਫੇ ਦੇਣੇ ਨੇ। ਆਮ ਜਨਤਾ ਜਿੱਥੇ ਮਰਜ਼ੀ ਪਿਸੀ ਜਾਵੇ, ਆਮ ਜਨਤਾ ਦਾ ਕੋਈ ਰਾਖਾ ਨਹੀਂ। ਸੋ ਇਸ ਕਰਕੇ ਰੀਨਾ ਜੀ, ਲੋਕਾਂ ਦੇ ਵਿੱਚ ਖਦਸ਼ਾ, ਕੱਲ੍ਹ ਨੂੰ ਨਤੀਜੇ ਆ ਜਾਣੇ ਨੇ, ਜਿਹਦੇ ਕਰਕੇ ਲਗਾਤਾਰ ਜਿਹੜਾ ਹੈਗਾ ਇਹਨਾਂ ਨੇ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਤੇਲ ਕੀਮਤਾਂ ਦੇ ਵਿੱਚ ਵਾਧਾ ਕਰਨਗੇ। ਜੀ ਢਿੱਲੋਂ ਜੀ, ਇਹ ਵੀ ਕਿਹਾ ਜਾ ਰਿਹਾ ਕਿ ਮਹਿੰਗਾ ਹੋਣ ਕਾਰਨ ਬਿਜਲੀ ਤਾਪ ਘਰਾਂ ਨੂੰ ਨਹੀਂ ਮਿਲੇਗਾ ਵਿਦੇਸ਼ੀ ਕੋਲ। ਰੀਨਾ, ਇਹ ਵੀ ਇੱਕ ਆਪ ਦੇ ਵਿੱਚ ਹੈ ਕਿ ਇਹ ਲੜਾਈ ਤੋਂ ਬਾਅਦ ਵਿਦੇਸ਼ੀ ਜਿਹੜਾ ਕੋਲਾ ਹੈਗਾ ਕਈ ਥਾਵਾਂ ਤੋਂ ਆਉਂਦਾ, ਉਹ ਮਹਿੰਗਾ ਹੋ ਗਿਆ ਜੀ। ਇਹਦੇ ਨਾਲ ਹੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ ਅਸੀਂ ਆਤਮ ਨਿਰਭਰਤਾ ਵਧਾਵਾਂਗੇ। ਇਹਦਾ ਇੱਕੋ ਇੱਕ ਹੱਲ ਹੈ ਕਿ ਸਾਡੇ ਉਪਕਰਨਾਂ ਨੂੰ ਸੂਰਜੀ ਜਿਹੜੀ ਬਿਜਲੀ ਹੈ ਉਹਦੇ ਤੇ, ਸੂਰਜੀ ਊਰਜਾ ਤੇ ਨਿਰਭਰ ਕੀਤਾ ਜਾਵੇ, ਜਿਹਦੇ ਤੇ ਨਾ ਕੋਈ ਪੈਸਾ ਲੱਗਦਾ ਹੈ। ਇੱਕ ਵਾਰ ਪ੍ਰੋਜੈਕਟ ਤੁਸੀਂ ਲਾ ਲਓਗੇ, ਤਕਰੀਬਨ 45,000 ਰੁਪਈਆ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ ਖਰਚ ਆਉਂਦਾ ਹੈ। ਜੇ 5 ਕਿਲੋਵਾਟ ਤੁਹਾਡੇ ਘਰ ਦੇ ਵਿੱਚ ਹੈ ਤਾਂ 2.25 ਲੱਖ ਰੁਪਈਆ ਲੱਗਿਆ। ਲੇਕਿਨ ਇਹਦਾ ਜਿਹੜੀ ਜੀਵਨ ਹੈ ਸੂਰਜੀ ਪਲਾਂਟ ਦਾ ਜੀ, ਇਹ 25 ਸਾਲ ਹੈ। ਜੇ 25 ਸਾਲਾਂ ਦੇ ਵਿੱਚ ਖਰਚ ਨੂੰ ਗਿਣਾਂਗੇ ਅਸੀਂ ਤਾਂ ਬਹੁਤ ਸੀਮਤ ਰਹਿ ਜਾਣਾ ਹੈ। ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ। ਅਸੀਂ ਸਾਇੰਸ ਦੇ ਵਿਦਿਆਰਥੀ ਹਾਂ। ਤੁਸੀਂ ਵੀ ਹੈਰਾਨ ਹੋਵੋਗੇ ਕਿ ਬੱਲਬ ਹੁੰਦੇ ਆ ਘਰਾਂ ਦੇ ਵਿੱਚ, ਉਹਨੂੰ ਕਿਹਾ ਜਾਂਦਾ ਜ਼ੀਰੋ ਦਾ ਬੱਲਬ। ਉਹ ਜ਼ੀਰੋ ਦਾ ਨਹੀਂ ਹੁੰਦਾ ਜੀ, ਉਹ 1 ਜਾਂ 2 ਵਾਟ ਦਾ ਹੁੰਦਾ। 2 ਵਾਟ ਤੁਹਾਡੇ 10 ਘੰਟੇ ਵੀ ਚੱਲੇ 20 ਵਾਟ ਬਣ ਗਏ। 20 ਵਾਟ 50 ਦਿਨ ਚੱਲਣ ਤਾਂ 1 ਯੂਨਿਟ ਬਿਜਲੀ ਖਾਧੀ। ਕਿੰਨੇ ਦੀ? 5.5 ਰੁਪਈਆਂ ਦੀ। ਜੇ 50 ਦਿਨਾਂ ਦੇ ਵਿੱਚ 5.5 ਰੁਪਏ ਖਰਚ ਆਇਆ ਤਾਂ ਜ਼ੀਰੋ ਦੇ ਮੁਕਾਬਲੇ ਹੀ ਆ ਗਿਆ ਨਾ। ਬਿਲਕੁਲ ਜੀ। ਸੋ ਇਸ ਕਰਕੇ ਜੇ ਅਸੀਂ ਘਰਾਂ ਦੇ ਵਿੱਚ ਬਿਜਲੀ ਦਾ ਖਰਚਾ ਘਟਾਉਣਾ ਹੈ ਤਾਂ ਸਾਨੂੰ ਜਿਹੜਾ ਹੈਗਾ ਸੂਰਜੀ ਊਰਜਾ ਵੱਲ ਜਾਣਾ ਪਊਗਾ, ਜਿਹਦੇ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇ। ਜਿਵੇਂ ਪੰਜਾਬ ਸਰਕਾਰ ਨੂੰ ਲੋਕਾਂ ਨੇ ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਜਿਹੜੀ 7500 ਕਰੋੜ ਦੀ ਸਬਸਿਡੀ ਤੁਸੀਂ ਟਿਊਬਵੈੱਲਾਂ ਦੀ ਦਿੰਦੇ ਹੋ ਬਿਜਲੀ ਬੋਰਡ ਨੂੰ, ਇਹਦੇ ਤੇ 14.5 ਲੱਖ ਟਿਊਬਵੈੱਲ ਕਨੈਕਸ਼ਨ ਹੈ ਜੀ। 14.5 ਲੱਖ ਟਿਊਬਵੈੱਲ ਕਨੈਕਸ਼ਨ ਨੂੰ ਜੇ ਤੁਸੀਂ 5 ਸਾਲ 'ਚ ਵੀ 7500 ਕਰੋੜ ਨੂੰ 5 ਨਾਲ ਗੁਣਾ ਕਰ ਲਓ, 5 25 7 5 ਇਹ
ਮਤਲਬ 37,500 ਦੇ ਲਗਭਗ ਕਰੋੜ ਹੋ ਗਈ ਜੀ। ਜੇ ਤੁਸੀਂ ਉਹ ਕਰ ਲਵੋ, ਨਾਲੇ ਤਾਂ ਕਿਸਾਨਾਂ ਦੀ ਮੁਫਤ ਬਿਜਲੀ ਰਹੇਗੀ ਜੀ, ਨਾਲੇ ਜਿਹੜਾ ਤੁਸੀਂ ਸਬਸਿਡੀ ਦੇਣੀ ਹੈ ਉਹ ਖਤਮ ਹੋ ਜਾਵੇ। ਬਿਲਕੁਲ ਜੀ। ਏਜੰਡੇ ਤਾਂ ਪੰਜਾਬ ਦੇ ਇਹ ਹੋਣੇ ਚਾਹੀਦੇ ਆ। ਸੋ ਇਹਦੇ ਤੇ ਨਿਰਭਰਤਾ ਘਟਾਉਣੀ ਚਾਹੀਦੀ ਹੈ। ਕੋਲੇ ਤੇ ਵੀ ਇੱਕ ਹੋਰ ਖਬਰ ਅੱਜ ਪ੍ਰਮੁੱਖਤਾ ਦੇ ਨਾਲ ਲਾਈ ਹੈ ਜੀ, ਸਾਡੇ RBI ਦੇ ਗਵਰਨਰ ਸਾਹਿਬ ਨੇ। ਆ ਜਿਹੜੀ ਕੋਲੇ ਵਾਲੀ ਖਬਰ ਦੇ ਨਾਲ ਲੱਗੀ ਵੀ ਉਹ ਪਈ ਹੈ ਜੀ। 40 ਕਰੋੜ ਉਹ ਕਹਿੰਦੇ ਵੀ ਜਿਹੜੇ ਨਾ ਹੁਣ ਫੋਨ ਦੀ ਵਰਤੋਂ ਕਰਨ ਵਾਲੇ UPI ਸੇਵਾ 123 ਪੇ ਜੀ, ਇਹ ਕਹਿੰਦਾ ਲੈਣ ਦੇਣ 100 ਕਰੋੜ ਦਾ ਹੋ ਜਾਵੇਗਾ। ਉਹ ਕਹਿੰਦੇ ਹੁਣ ਇੰਟਰਨੈਟ ਦੀ ਵੀ ਲੋੜ ਨਹੀਂ ਪਵੇਗੀ, ਫੋਨ ਦੇ ਵਿੱਚ ਹੀ ਪ੍ਰਬੰਧ ਕਰ ਦਿੱਤਾ ਜਾਵੇਗਾ। RBI ਦੇ ਗਵਰਨਰ ਸਾਹਿਬ ਕਹਿੰਦੇ ਨੇ ਕਿ ਉਹਦੇ ਨਾਲ ਹੀ ਤੁਸੀਂ ਜਿਹੜੀ ਹੈ ਉਹ ਲੈਣ ਦੇਣ ਕਰ ਸਕਦੇ ਹੋ। ਮੈਂ ਸਮਝਦਾ ਕਿ ਬੰਦਾ 10-10 20-20 ਲੱਖ ਚੱਕੀ ਫਿਰਦਾ ਹੈਗਾ, ਉਹਦੀ ਥਾਂ ਦੇ ਉੱਤੇ ਜੇ ਡਿਜੀਟਲ ਲੈਣ ਦੇਣ ਹੋਵੇ, ਤੁਸੀਂ ਦੇਖੋ ਨਾ ਹੁਣ ਟੈਲੀਫੋਨ ਬਿੱਲ, ਇੰਟਰਨੈਟ, ਬਿਜਲੀ ਬਿੱਲ, ਪਾਣੀ ਦੇ ਬਿੱਲ, ਇਹ ਸਾਰੇ ਤੁਹਾਡੇ ਆਨਲਾਈਨ ਹੋ ਗਏ ਤੇ ਲਾਈਨ 'ਚ ਜਾ ਕੇ ਖੜਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਸਿੱਧੇ ਆਪਣੇ ਆਪ ਤੁਸੀਂ ਇੱਥੇ ਬੈਠੇ ਹੀ ਭਰ ਸਕਦੇ ਹੋ। ਇਸ ਪਾਸੇ ਵੱਲ ਵਧਣਾ ਚਾਹੀਦਾ ਜੀ। ਢਿੱਲੋਂ ਜੀ, ਰਵਾਇਤੀ ਪਾਰਟੀਆਂ ਨੂੰ ਜਿਹੜਾ ਚੋਣ ਸਰਵੇਖਣ ਆਇਆ ਉਸ ਨੂੰ ਲੈ ਕੇ ਉਹਨਾਂ ਨੂੰ ਯਕੀਨ ਵੀ ਨਹੀਂ ਹੋ ਰਿਹਾ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸਲ ਨਤੀਜੇ 10 ਮਾਰਚ ਨੂੰ ਆਉਣਗੇ ਤੇ ਇਸ ਦੇ ਚੱਲਦੇ ਹੀ ਦੇਖਿਆ ਜਾ ਰਿਹਾ ਕਿ ਸਿਆਸੀ ਪਾਰਟੀਆਂ ਦੇ ਲੀਡਰ ਵੀ ਹੁਣ ਧਾਰਮਿਕ ਸਥਾਨਾਂ ਤੇ ਜਾ ਕੇ ਮੱਥਾ ਟੇਕ ਰਹੇ ਨੇ। ਜਦੋਂ ਲੋੜ ਪੈਂਦੀ ਆ ਨਾ ਜੀ, ਉਦੋਂ ਕਸੂਤੇ ਜੇ ਜਾਨਵਰ ਨੂੰ ਵੀ ਬਾਪੂ ਕਹਿੰਦੇ ਨੇ। ਸੋ ਇਸ ਵੇਲੇ ਮੈਂ ਤੁਹਾਨੂੰ ਦੱਸਾਂ ਕਿ ਬੜਾ ਧੁੜਕੂ ਪੈਦਾ ਹੋਇਆ ਵਾ ਲੋਕਾਂ ਦੇ ਦਿਲਾਂ ਦੇ ਵਿੱਚ, ਖਾਸ ਕਰ ਰਾਜਸੀ ਆਗੂਆਂ ਦੇ। 1304 ਮੈਦਾਨ ਦੇ ਵਿੱਚ ਖੜੇ ਨੇ ਜੀ, ਜਿੱਤਨੇ ਤਾਂ 117 ਨੇ। 117 ਨੇ, ਬਿਲਕੁਲ ਜੀ। ਇਹਦਾ ਮਤਲਬ ਜਿਹੜੇ 1150 ਦੇ ਕਰੀਬ ਹੈ ਉਹਨਾਂ ਨੇ ਤਾਂ ਹਾਰਨਾ ਹੀ ਹੈ। ਸੋ ਕਿਹਦੀ ਕਿਸਮਤ ਕੱਲ ਨੂੰ ਨਿਕਲਦੀ ਹੈ ਇਹ ਪਤਾ ਲੱਗੇਗਾ ਸਵੇਰੇ ਜੀ, ਜਦੋਂ ਮਸ਼ੀਨਾਂ ਖੁੱਲ੍ਹ ਗਈਆਂ। ਮਸ਼ੀਨਾਂ ਖੁੱਲ੍ਹਣ ਤੋਂ ਬਾਅਦ ਕਈਆਂ ਨੇ ਖੁਸ਼ ਹੋਣਾ, ਕਈਆਂ ਦੇ ਚਿਹਰੇ ਮਸੋਸੇ ਜਾਣੇ ਨੇ, ਕਈਆਂ ਨੇ ਮਸ਼ੀਨਾਂ ਤੇ ਇਲਜ਼ਾਮ ਲਾਉਣੇ ਨੇ ਕਿ ਇਹ ਮਸ਼ੀਨਾਂ ਨੇ। ਇਸ ਕਰਕੇ ਰਾਜਸੀ ਆਗੂ ਅੱਜ ਧਾਰਮਿਕ ਸਥਾਨਾਂ ਵੱਲ ਬਹੁਤ ਜਾ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ, ਉਹ ਅੱਜ ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਨੇ ਜੀ, ਉੱਥੇ ਗਏ ਨੇ। ਦੂਜੇ ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਮੰਤਰੀ, ਉਹ ਅਨੰਦਪੁਰ ਸਾਹਿਬ ਗਏ ਨੇ ਜੀ, ਮੱਥਾ ਟੇਕ ਕੇ ਆਏ ਨੇ। ਜੇ ਤੁਸੀਂ ਚੰਗੇ ਕਾਰਜ ਕੀਤੇ ਹੋਣ, ਅਸੀਂ ਨਹੀਂ ਕਹਿੰਦੇ, ਧਾਰਮਿਕ ਸਥਾਨਾਂ ਤੇ ਜਾਓ, ਜ਼ਰੂਰ ਜਾਓ। ਹਰ ਬੰਦੇ ਨੂੰ ਖੁੱਲ੍ਹ ਹੈ ਕਿ ਉਹ ਆਪੋ ਆਪਣੇ ਧਰਮ ਦੇ ਵਿੱਚ ਜਾਓ। ਮੈਨੂੰ ਯਾਦ ਆ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਸੰਤਾਂ ਤੋਂ ਕਿ ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ ਤੇ ਜੀ। ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ ਕਿ 5 ਵਾਰ ਗੰਗ ਜਾਏ ਜੀ, ਬਾਰ 5 ਪ੍ਰਾਗ ਨਹਾਏ, ਇੰਨਾ ਫਲ ਇੱਕ ਗੁਰਸਿੱਖ ਨੂੰ ਨਿਭਾਏ ਦਾ। ਉਹ ਗੁਰਸਿੱਖ ਹੋਵੇ, ਬਿਲਕੁਲ ਜੀ। 5 ਵਾਰ ਭਾਵ ਗੰਗਾ ਜਾਓ। ਇੱਕ ਹਿੰਦੂਆਂ ਦਾ ਧਾਰਮਿਕ ਸਥਾਨ ਹੈ ਪ੍ਰਾਗ, ਉਹ ਕਹਿੰਦੇ ਬਾਹਰ 5 ਜੀ ਪ੍ਰਾਗ ਨਹਾਏ ਜਾਓ, ਇੰਨਾ ਫਲ ਇੱਕ ਗੁਰਸਿੱਖ ਨੂੰ ਨਿਭਾਏ ਦਾ। ਸੋ ਗੁਰਬਾਣੀ ਬਹੁਤ ਕੁਝ ਸਿਖਾਉਂਦੀ ਹੈ, ਪਰ ਇਹ ਸਵਾਰਥੀ ਮਨੁੱਖ ਨੇ ਸਾਰਾ ਕੁਝ ਬੇੜਾ ਗਰਕ ਕਰ ਲਿਆ। ਔਰ ਜਿਹੜਾ ਕੁਝ ਗੁਰੂ ਸਾਹਿਬ ਸਾਨੂੰ ਰੋਕ ਕੇ ਗਏ ਸੀ ਜੀ, ਅੱਜ ਉਹਨਾਂ ਚੀਜ਼ਾਂ ਨੂੰ ਹੀ ਅਸੀਂ ਅਪਣਾ ਰਹੇ ਹਾਂ ਜੀ। ਢਿੱਲੋਂ ਜੀ, ਗੱਲ ਕੀਤੀ ਜਾਵੇ ਹੋਲੇ ਮਹੱਲੇ ਨੂੰ ਲੈ ਕੇ, ਤਾਂ ਹੋਲੇ ਮਹੱਲੇ ਦੇ ਮੌਕੇ 150 CCTV ਕੈਮਰਿਆਂ ਨਾਲ ਉੱਥੇ ਨਿਗਰਾਨੀ ਕੀਤੀ ਜਾਵੇਗੀ। ਦੇਖੋ, ਜਿਹੜਾ ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਜੀ ਅਰੀਨਾ, ਤੁਹਾਨੂੰ ਇਹ ਪਤਾ ਹੋਵੇਗਾ ਕਿ ਹਿੰਦੂ ਧਰਮ ਦੇ ਵਿੱਚ ਹੋਲੀ ਮਨਾਈ ਜਾਂਦੀ ਹੈ ਜੀ। ਹੋਲੀ ਕਿਹਦੇ 'ਚ ਮਨਾਈ ਜਾਂਦੀ ਹੈ? ਹੋਲਕਾ। ਕਹਿੰਦੇ ਜਿਹੜਾ ਹਰਨਾਕਸ਼ ਸੀ ਉਹਦਾ ਪੁੱਤਰ ਸੀ ਪ੍ਰਹਲਾਦ ਜੀ। ਇਹ ਹੋਲਕਾ ਉਹਦੀ ਭੂਆ ਸੀ। ਕਹਿੰਦੇ ਉਹਨੂੰ ਵਰ ਮਿਲਿਆ ਸੀ, ਇੱਕ ਵਿਸ਼ੇਸ਼ ਚੁੰਨੀ ਸੀ ਕਿ ਉਹਦੇ ਉੱਤੇ ਲੈ ਲਿਆ, ਉਹ ਸੜਦੀ ਨਹੀਂ ਸੀ।
ਉਹਨੂੰ ਗੋਦੀ 'ਚ ਲੈ ਕੇ ਅੱਗ ਕੁੰਡ 'ਚ ਬਹਿ ਗਈ। ਕਹਿੰਦੇ ਹਵਾ ਦਾ ਬੁੱਲਾ ਆਇਆ, ਉਹ ਉੜ ਗਈ ਤੇ ਹੋਲਕਾ ਵੀ ਸ਼ਹੀਦੀ ਪਾ ਗਈ। ਪ੍ਰਹਲਾਦ ਨੂੰ ਕੁਛ ਨਹੀਂ ਹੋਇਆ ਕਿਉਂਕਿ ਉਹ ਪ੍ਰਮਾਤਮਾ ਦਾ ਰੂਪ ਜਾਣਦਾ ਸੀ। ਉਹਨੂੰ ਕਹਿੰਦੇ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਸੋ ਉਹਦੇ ਕਰਕੇ ਗਏ ਗੁਰੂ ਸਾਹਿਬ ਕੋਲੇ। ਇਸ ਮਾਮਲੇ 'ਚ ਲੋਕ ਇਕੱਠੇ ਹੋ ਕੇ ਆਏ। ਗੁਰੂ ਸਾਹਿਬ ਕਹਿੰਦੇ ਵੀ ਮੇਰਾ ਖਾਲਸਾ ਹੋਲੀ ਨਹੀਂ ਹੋਲਾ ਮਨਾਏਗਾ। ਸੋ ਹੋਲਾ ਮਹੱਲਾ ਜਿਹੜਾ ਅਸੀਂ ਇੱਥੇ ਮਨਾਉਂਦੇ ਹਾਂ ਅਨੰਦਪੁਰ ਸਾਹਿਬ ਦੇ ਵਿੱਚ, ਉੱਥੋਂ ਦੇ ਜ਼ਿਲ੍ਹਾ ਪੁਲਿਸ ਮੁਖੀ DC ਪ੍ਰਬੰਧਕਾਂ ਨੇ ਇੱਕ ਤਾਂ ਸਮਾਗਮ ਵਾਲੀ ਥਾਂ ਦਾ ਜਾਇਜ਼ਾ ਲਿਆ, ਦੂਜਾ ਉਹਨਾਂ ਨੇ ਕਿਹਾ ਕਿ 150 ਦੇ ਕਰੀਬ ਕੈਮਰੇ ਲਾਏ ਜਾਣਗੇ ਜਿਹੜੇ ਸਾਰੀ ਨਜ਼ਰ ਰੱਖਣਗੇ। ਅਜਿਹੀ ਸਥਿਤੀ ਦੇ ਵਿੱਚ ਕੁਝ ਸਮਾਜ ਵਿਰੋਧੀ ਅੰਸਰ ਵੀ ਸਰਗਰਮ ਹੋ ਜਾਂਦੇ ਨੇ, ਜੇਬ ਕਤਰੇ ਸਰਗਰਮ ਹੋ ਜਾਂਦੇ ਨੇ। ਕਈ ਵੱਡੇ ਵੱਡੇ ਗੈਂਗ ਨੇ, ਤੁਹਾਨੂੰ ਇਸ ਤੋਂ ਬਹੁਤ ਹੈਰਾਨੀ ਹੋਊਗੀ ਕਿ ਜਾਂ ਇਹ ਗੈਂਗ ਬਹੁਤ ਵੱਡੇ ਨੇ ਜਿਹੜੇ ਕਿਸ ਦੇ ਹੱਥ ਪੈਰ ਤੋੜ ਕੇ ਵਿੰਗੇ ਕਰਤੇ, ਹੋਰ ਕਰਤੇ, ਉਹ ਮੰਗਤਾ ਬਣਾ ਕੇ ਉੱਥੇ ਛੱਡ ਦਿੰਦੇ ਨੇ ਤੇ ਸ਼ਾਮ ਨੂੰ ਉਹਨਾਂ ਮੰਗਤਿਆਂ ਤੋਂ ਜਿਹੜਾ ਹੈਗਾ ਉਹ ਪੈਸਾ ਇਕੱਠਾ ਕਰਕੇ ਲੈ ਜਾਂਦੇ ਨੇ। ਇਹ ਬਹੁਤ ਵੱਡੇ ਗਰੋਹ ਨੇ। ਇਸ ਕਰਕੇ ਜੇ CCTV ਕੈਮਰੇ ਲੱਗੇ ਹੋਣਗੇ ਤਾਂ ਘੱਟੋ ਘੱਟ ਉਸ ਚੀਜ਼ ਦੀ ਨਿਗਰਾਨੀ ਹੋਵੇਗੀ। ਜੀ, ਹਰਿਆਣਾ 'ਚ ਬਜਟ ਪੇਸ਼ ਹੋਇਆ ਜਿਸ ਦੇ ਵਿੱਚ ਸਿੱਖਿਆ, ਸਿਹਤ ਤੇ ਕਿਸਾਨੀ ਨੂੰ ਤਰਜੀਹ ਦਿੱਤੀ ਗਈ ਹੈ। ਦੇਖੋ ਰੀਨਾ, ਜਿਹੜੀ ਇਹ ਸਰਕਾਰਾਂ ਨੇ ਜੀ ਇਹ ਬਜਟ ਪੇਸ਼ ਕਰਦੀਆਂ ਨੇ, ਕੋਸ਼ਿਸ਼ ਕਰਦੀਆਂ ਨੇ ਲੋਕਾਂ ਦਾ ਮੂਰਖ ਬਣਾਉਣ ਦਾ। ਜੀ ਅਸੀਂ ਜੀ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਨਵਾਂ ਟੈਕਸ ਨਹੀਂ ਲਾਇਆ। ਬੀਬੀ ਸੀਤਾਰਮਨ ਨੇ ਵੀ ਕਿਹਾ ਸੀ ਨਾ, ਨਿਰਮਲਾ ਸੀਤਾਰਮਨ ਨੇ ਜੀ, ਕਿ ਕੋਈ ਕਿਸੇ ਕਿਸਮ ਦਾ ਟੈਕਸ ਨਹੀਂ ਲਾਇਆ। ਪਰ ਬਾਅਦ ਦੇ ਵਿੱਚ ਸਾਰਾ ਕੁਝ ਕਰਤਾ। ਹੁਣ GST 'ਚ ਵੀ ਬਦਲਾਅ ਹੋ ਰਿਹਾ, 5% ਦੀ ਥਾਂ ਤੇ 8% ਕੀਤਾ ਜਾ ਰਿਹਾ ਘੱਟੋ ਘੱਟ। ਜੀ ਆ ਤਾਜ਼ਾ ਇਹਦੀਆਂ ਕੀਮਤਾਂ ਵਧਾਤੀਆਂ CNG ਦੀਆਂ। ਜੀ, ਭਾਵ ਉਦੋਂ ਲੋਕਾਂ ਨੂੰ ਗੁੰਮਰਾਹ ਕਰ ਦੇਣਾ ਕਿ ਅਸੀਂ ਕੋਈ ਨਵਾਂ ਟੈਕਸ ਨਹੀਂ ਲਾ ਰਹੇ, ਤੇ ਬਾਅਦ ਦੇ ਵਿੱਚ ਹੌਲੀ ਹੌਲੀ ਕਰਕੇ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਹੈ। ਜੀ, ਚੰਗੀ ਗੱਲ ਤਾਂ ਇਹ ਹੈ ਕਿ ਲੋਕਾਂ ਨੂੰ ਕੁਝ ਰਾਹਤ ਦਿਓ। ਜੀ ਬਿਲਕੁਲ। ਲੋਕਾਂ ਦਾ ਮਹਿੰਗਾਈ ਦੇ ਵਿੱਚ ਮਰ ਗਏ। ਕਰੋਨਾ ਮਹਾਮਾਰੀ ਦੇ ਵਿੱਚ ਲੋਕਾਂ ਨੇ ਰੇਲ ਦੀਆਂ ਪਟੜੀਆਂ ਤੇ ਪੈ ਕੇ ਜਾਨਾਂ ਗਵਾ ਲਈਆਂ, ਜੀ, ਨਹਿਰਾਂ 'ਚ ਡੁੱਬ ਕੇ ਜਾਨਾਂ ਗਵਾ ਲਈਆਂ, ਸੜਕੀ ਹਾਦਸਿਆਂ 'ਚ ਜਾਨਾਂ ਚਲੀਆਂ ਗਈਆਂ। ਕਈ ਵਿਚਾਰੇ ਜਨੇਪੇ ਰਸਤੇ ਦੇ ਵਿੱਚ ਹੋਏ ਗਰਭਵਤੀ ਔਰਤਾਂ ਦੇ। ਇੱਕ 14-15 ਸਾਲ ਦੀ ਲੜਕੀ ਫਰੀਦਾਬਾਦ ਤੋਂ ਆਪਣੇ ਬਿਮਾਰ ਪਿਤਾ ਨੂੰ 1200-1300 ਕਿਲੋਮੀਟਰ ਸਾਈਕਲ ਤੇ ਬਿਠਾ ਕੇ ਦਰਭੰਗਾ ਗਈ ਤੇ ਦੁਬਾਰਾ ਕੋਈ ਖਬਰ ਆਈ ਹੈ? ਇੱਥੇ ਪੰਜਾਬ ਦੇ ਵਿੱਚ ਅਸੀਂ ਕਹਿਣ ਨੂੰ ਮੁੱਛ ਉੱਚੀ ਕਰਦੇ ਹਾਂ, ਇੱਥੇ ਤਾਂ ਇੱਥੋਂ ਤੱਕ ਗੱਲ ਵਾਪਰ ਗਈ ਹੈ। ਆ ਇੱਕ ਸਾਡੀ ਔਰਤ ਹੈਗੀ, ਨਾਰੀ ਹੈ, ਕੱਲ ਨਾਰੀ ਦਿਵਸ ਸੀ ਨਾ ਜੀ, ਜਗਜੀਤ ਕੌਰ, ਉਹਦੇ ਕੋਲੇ ਥੱਬਿਆਂ ਦੇ ਥੱਬੇ ਤਗਮੇ ਪਏ ਨੇ। ਬਿਲਕੁਲ ਜੀ। ਤੇ ਕਿਸੇ ਨੇ ਚਪੜਾਸੀ ਤੱਕ ਨਹੀਂ ਰੱਖਿਆ। ਉਹ ਕਹਿੰਦੀ ਇਦੋਂ ਚੰਗਾ ਹਰਿਆਣੇ 'ਚ ਜੰਮ ਪੈਂਦੀ, ਉੱਥੇ ਤਰਜੀਹ ਦਿੱਤੀ ਜਾ ਰਹੀ ਹੈ। ਤੇ ਆ ਜਿਹੜੇ ਵੱਡੇ ਵੱਡੇ ਆ ਰਾਣਾ ਸੋਢੀ, ਫਲਾਨਾ ਸੋਢੀ, ਢਮਕਾ ਸੋਢੀ, ਇਹ ਸਿਰਫ ਤੇ ਸਿਰਫ ਠੰਡੀਆਂ ਕਾਰਾਂ ਦੀ ਝੰਡੀ ਲਾ ਕੇ ਹੂਟੇ ਲੈਣ ਜੋਗੀ ਸੀ। ਉਹ ਸਾਡਾ ਦੇਸ਼ ਦਾ ਭਵਿੱਖ ਜੀ, ਜਿਨ੍ਹਾਂ ਨੇ ਨਾਂ ਚਮਕਾਇਆ। ਮੈਂ ਟਾਈਮ ਭਾਵੇਂ ਘੱਟ ਮਿਲਿਆ, ਮੈਨੂੰ ਪ੍ਰਗਟ ਸਿੰਘ ਤੋਂ ਬਹੁਤ ਆਸਾਂ ਸੀ ਕਿ ਉਹ ਇਸ ਪਾਸੇ ਵੱਲ ਕੋਈ ਨਵੀਂ ਨੀਤੀ ਲਿਆਉਣਗੇ ਜੀ। ਹੁਣ ਜਿਹੜੀ ਕੱਲ੍ਹ ਨੂੰ ਪੰਜਾਬ ਦੇ ਲੋਕਾਂ ਨੇ ਸਰਕਾਰ ਚੁਣੀ ਹੈ, ਉਹ ਭਗਵੰਤ ਸਿੰਘ ਮਾਨ ਦੀ ਹੋਵੇ, ਸੁਖਬੀਰ ਸਿੰਘ ਬਾਦਲ ਦੀ ਹੋਵੇ, ਚਰਨਜੀਤ ਸਿੰਘ ਚੰਨੀ ਦੀ ਹੋਵੇ, ਜਾਂ ਭਾਜਪਾ ਭਾਈਵਾਲਾਂ ਦੀ ਹੋਵੇ, ਜਾਂ ਕਿਸਾਨਾਂ ਦੀ ਹੋਵੇ, ਉਹ ਘੱਟੋ ਘੱਟ ਇਹ ਤਰਜੀਹਾਂ ਦੇਣ ਜਿਨ੍ਹਾਂ ਨੂੰ ਤੋਂ ਅਸੀਂ ਮੁੱਖ ਮੋੜੇ ਵੇ ਨੇ। ਜੀ ਜੀ ਢਿੱਲੋਂ ਜੀ, ਗੱਲਬਾਤ ਕਰਾਂਗੇ ਯੂਕਰੇਨ ਤੇ ਰੂਸ ਦੇ ਆਪਸੀ ਮਾਮਲੇ ਨੂੰ ਲੈ ਕੇ, ਜਿਸ ਦੇ ਵਿੱਚ ਆਖਿਰਕਾਰ ਹੁਣ ਸੂਮੀ ਦੇ ਵਿੱਚੋਂ 694 ਵਿਦਿਆਰਥੀਆਂ ਨੂੰ ਲਿਆਂਦਾ ਗਿਆ, ਉੱਥੋਂ ਕੱਢਿਆ ਗਿਆ। ਇੱਕ ਤਾਂ ਰੀਨਾ ਉੱਥੋਂ ਉਹਨਾਂ ਬੱਚਿਆਂ ਨੂੰ, ਉਹ ਬੱਚੇ ਬਹੁਤ ਔਖੇ ਸੀ ਜੀ, ਉਹ ਬਰਫਾਂ ਪੀ ਪੀ ਕੇ ਪਾਣੀ, ਮਤਲਬ ਬਰਫਾਂ ਨੂੰ ਗਰਮ ਕਰ ਕਰਕੇ ਪਾਣੀ ਦੀ ਪਿਆਸ ਬੁਝਾਉਂਦੇ ਸੀ ਜੀ। ਤੀਜਾ, ਉਹਨਾਂ ਨੂੰ ਕੱਢਣਾ ਬਹੁਤ ਔਖਾ ਸੀ ਕਿਉਂਕਿ ਸਭ ਤੋਂ ਵੱਧ
ਉੱਥੇ ਬੰਬਾਰੀ ਹੋ ਰਹੀ ਸੀ। ਜੀ ਹੁਣ ਦੱਸਿਆ ਕਿ ਜਿਹੜੇ ਭਾਰਤ ਦੇ ਰਾਜਦੂਤ ਨੇ ਤ੍ਰਿਮੂਰਤੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੱਸਾਂ ਦਾ ਅਸੀਂ ਪ੍ਰਬੰਧ ਕਰ ਲਿਆ, ਉਹਨਾਂ ਨੂੰ ਲੈ ਕੇ ਕੁਝ ਬੱਚੇ ਆ ਗਏ ਨੇ, ਇੱਕ ਚੰਗਾ ਕਦਮ ਹੈ। ਦੂਜਾ, ਰੂਸ ਤੇ ਸਕੰਜਾ ਕਈ ਪਾਸਿਆਂ ਤੋਂ ਹੁਣ ਕੱਸਿਆ ਜਾ ਰਿਹਾ ਹੈ। ਅੱਜ ਸਵੇਰੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕਰਤਾ ਕਿ ਅਸੀਂ ਰੂਸ ਤੋਂ ਤੇਲ ਨਹੀਂ ਲਵਾਂਗੇ। ਜੀ ਰੂਸ ਨੂੰ ਆਰਥਿਕ ਸੱਟ ਮਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਜਿੰਗਪਿੰਗ, ਉਹਨਾਂ ਨੇ ਵੀ ਅੱਜ ਬਿਆਨ ਦਿੱਤਾ ਸਵੇਰੇ ਸਵੇਰੇ ਕਿ ਅਸੀਂ ਵਿਚੋਲਗਿਰੀ ਕਰਨ ਨੂੰ ਤਿਆਰ ਹਾਂ, ਇਹਨਾਂ ਦੋਨਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨੂੰ ਟੇਬਲ ਤੇ ਬਹਾਈਏ, ਕਿਉਂਕਿ ਕਿਸੇ ਵੀ ਮਸਲੇ ਦਾ ਹੱਲ ਬੰਦੂਕਾਂ ਨਹੀਂ, ਬਿਲਕੁਲ ਗੋਲਾਬਾਰੀ ਨਹੀਂ। ਕਹਿੰਦੇ ਆ ਕਿ ਕਈ ਵਾਰ ਤੁਹਾਡੀ ਜ਼ੁਬਾਨ ਚੋਂ ਨਿਕਲੀ ਗੱਲ ਕਿਸੇ ਨੂੰ ਗੋਲੀ ਨਾਲੋਂ ਵੀ ਵੱਧ ਸੀਨਾ ਚੀਰ ਜਾਂਦੀ ਹੈ। ਜੀ ਬਿਲਕੁਲ। ਜੇ ਸਮਝੌਤਾ ਹੋ ਜਾਵੇ, ਇਹ ਸਾਰਿਆਂ ਹੀ ਦੇਸ਼ਾਂ ਦਾ ਫਾਇਦਾ ਹੈ। ਇਹ ਸਾਰੇ ਦੇਸ਼ ਆਪਣੀ ਹੈਂਕੜਬਾਜ਼ੀ ਦੇ ਵਿੱਚ ਬਰੂਦ ਦੇ ਢੇਰਾਂ ਤੇ ਪੈਸਾ ਖਰਚ ਕਰ ਰਹੇ ਨੇ, ਜੀ ਮਨੁੱਖਤਾ ਦੇ ਬੈਰੀ ਬਣੇ ਹੋਏ ਨੇ, ਮਨੁੱਖਤਾ ਦਾ ਕਤਲ ਕਰ ਰਹੇ ਨੇ। ਜੀ ਤੇ ਜੇ ਇਕੱਠੇ ਹੋ ਕੇ ਬਹਿ ਜਾਣ, ਇਹੀ ਪੈਸਾ ਭਾਵੇਂ ਸਾਡੇ ਗੁਆਂਢੀ ਮੁਲਕ ਨੇ, ਚੀਨ ਹੈ, ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਨੇਪਾਲ ਹੈ, ਜਾਂ ਇਧਰਲੇ ਪਾਸੇ ਤੁਹਾਡਾ ਸ਼੍ਰੀਲੰਕਾ ਹੈ, ਜੀ ਅਸੀਂ ਸਾਰੇ ਜਣੇ ਮਿੱਤਰਤਾ ਵਾਲਾ ਮਾਹੌਲ ਬਣਾ ਲਈਏ ਤਾਂ ਜਿਹੜਾ ਖਰਬਾਂ ਰੁਪਈਆ ਇਹਨਾਂ ਹਥਿਆਰਾਂ ਤੇ ਖਰਚਿਆ ਜਾ ਰਿਹਾ ਹੈ, ਇਹੀ ਪੈਸਾ ਮਨੁੱਖਤਾ ਦੀ ਭਲਾਈ ਲਈ ਖਰਚ ਹੋ ਸਕਦਾ ਹੈ। ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ ਰੀਨਾ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦੇ ਇਜਾਜ਼ਤ, ਧੰਨਵਾਦ। ਵਿਧਾਨ ਸਭਾ ਨਤੀਜੇ D5 ਦੇ ਨਾਲ ਖੁੱਲੇਗੀ ਉਮੀਦਵਾਰਾਂ ਦੀ EVM ਮਸ਼ੀਨਾਂ 'ਚ ਬੰਦ ਕਿਸਮਤ। ਕੌਣ ਬਣੇਗਾ MLA? ਕਿਹਦੇ ਸਿਰ ਤੇ ਸਜੇਗਾ ਮੁੱਖ ਮੰਤਰੀ ਦਾ ਤਾਜ? ਕਿਹੜੀ ਧਿਰ ਨੂੰ ਮਿਲੇਗਾ ਬਹੁਮਤ? ਕੀ ਸੱਚਮੁੱਚ ਬਹੁਮਤ ਨਾਲ ਹੀ ਬਣੇਗੀ ਸਰਕਾਰ? ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਲੈ ਕੇ ਅੰਤ ਤੱਕ ਦੇਵਾਂਗੇ ਹਰ ਹਲਕੇ ਦੀ ਜਾਣਕਾਰੀ। ਸਾਰਾ ਦਿਨ ਰਹਾਂਗੇ ਤੁਹਾਡੇ ਨਾਲ। ਦੇਖਣਾ ਨਾ ਭੁੱਲਣਾ 10 ਮਾਰਚ ਨੂੰ ਲਾਈਵ ਪ੍ਰੋਗਰਾਮ ਵਿਧਾਨ ਸਭਾ ਚੋਣਾਂ 2022, ਫੈਸਲਾ ਪੰਜਾਬ ਦਾ।